भैया दुखी बड़े ही पता नहीं सानू भी नहीं दसिया कुछ उन्हें थोड़े बहुते पैसे हैगे सी 2-2.5 रुपये हैगा ਉਹਦੇ ਨਾਲ ਹੀ ਕੀਤਾ ਸੀ ਕਿਸੇ ਨੇ ਮਦਦ ਨਹੀਂ ਕੀਤੀ ਵੀ ਇਹ ਗੱਲਾਂ ਕਰਨ ਨੂੰ ਸਾਰੇ ਕਰਦੇ ਆ ਮੈਂ ਮੋਗੇ ਤੋਂ ਐਮਸੀਏ ਕੀਤੀ ਹੋਈ ਹੈ ਮੈਂ ਕਾਫੀ ਪੜ੍ਹੀ ਲਿਖੀ ਹਾਂ ਪਰ ਮੈਂ ਕਾਫੀ ਜਗ੍ਹਾ ਨੌਕਰੀ ਟਰਾਈ ਕੀਤੀ ਮੈਨੂੰ ਨਹੀਂ ਮਿਲੀ मेरा बच्चा वा अगे भी मैं चलो मैं मेरी डिलीवरी होनी मैं घर बैठ जाना पर मेरी थोड़ी बहुत सरकार वालों अपील है कि मेरे लिए कुछ सोचे ताकि मैं अपने बच्चों का सोचा। मजबूरी इंसान तो की नहीं करवा देंदी जदों अपने सारे छड्ड जाण फिर उम्मीद किसी तो नहीं की जा सकती। ये तस्वीरां जो तुसी वेख रहे हो ये उस मजबूर औरत दियां ने जिसका जीवन साथी अद विचकार ਉਸ ਨੂੰ ਇਸ ਹਾਲਤ 'ਚ ਛੱਡ ਕੇ ਦੁਨੀਆ ਨੂੰ ਅਲਵਿਦਾ ਆਖਿਆ ਤੇ ਇਹ ਔਰਤ ਕੱਟ ਰਹੀ ਹੈ ਆਪਣੀ ਜ਼ਿੰਦਗੀ ਸਿਰਫ ਇੱਕ ਉਮੀਦ ਦੀ ਆਸ ਦੀ ਕਿਰਨ ਤੇ। 8 ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਇਹ ਔਰਤ ਮਜਬੂਰ ਹੈ ਗੁਰਦਾਸਪੁਰ ਦੀ ਸੜਕ ਤੇ ਚਾਵਲ ਵੇਚਣ ਨੂੰ। ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਕਿਸੇ ਨੇ ਬਾਤ ਨਾ ਪੁੱਛੀ ਅਤੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਚੁੱਕੀ ਇਸ ਔਰਤ ਦੀ ਨੌਕਰੀ ਦੀ ਉਮੀਦ ਵੀ ਹੌਲੀ-ਹੌਲੀ ਬੁਝ ਗਈ। इस औरत नाल जदों साडे साथी पत्रकार दे वल्लों वार्तालाप की गई तां तुसीं भी सुनो इस औरत की जुबानी उसदे इन्हां हालातां बारे जो थोड़े भी दिल नूं झंझोड़ के रख देणगे। रजनी दस दिओ जी किहड़ी गल हो गई भी 8वां महीना तुहानूं लग्गिया होया तां तुसीं इन्ने मजबूर हो कि इत्थे तुहानूं कड़ी चौल बेचने पै रहे ने? सर मेरे हसबैंड की डेथ हो गई है ਉਹਦੇ ਕਰਕੇ ਮੈਨੂੰ ਘਰ 'ਚ ਇਨਕਮ ਸੋਰਸ ਕੋਈ ਨਹੀਂ ਹੈਗੀ ਉਹਦੇ ਕਰਕੇ ਮੈਨੂੰ ਕਰਨਾ ਪਿਆ ਬੇ ਬੱਚਾ ਵੀ ਹੈ ਮੇਰਾ 8 ਸਾਲ ਦਾ ਤੇ ਇੱਕ ਮੈਂ 8 ਮਹੀਨੇ ਦੀ ਪ੍ਰੈਗਨੈਂਟ ਹੋਈ ਹਾਂ ਉਹਦੇ ਕਰਕੇ ਵੀ ਮੈਨੂੰ ਥੋੜਾ ਕੰਮ ਕਰਨਾ ਪਿਆ ਕਿਉਂਕਿ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕਿਸੇ ਨੇ ਕੋਈ ਪੈਸੇ ਧੇਲੇ ਦੀ ਮਦਦ ਨਹੀਂ ਕੀਤੀ ਮੇਰੀ। ਇਹ ਜਿਹੜਾ ਤੁਹਾਨੂੰ ਕਿ ਤੁਸੀਂ ਦੱਸ ਰਹੇ ਹੋ ਤੁਸੀਂ ਪ੍ਰੈਗਨੈਂਟ ਵੀ ਹੈਗੇ 8ਵਾਂ ਮਹੀਨਾ ਲੱਗਾ ਵਾ ਇਹ ਜਿਹੜਾ ਕ੍ਰਿਟੀਕਲ ਮਹੀਨਾ ਹੁੰਦਾ ਵਾ ਜਿਹਦੇ ਵਿੱਚ ਮਹਿਲਾ ਨੂੰ ਰੈਸਟ ਕਰਨੀ ਹੁੰਦੀ ਆ ਲੇਕਿਨ ਤੁਸੀਂ ਫਿਰ ਵੀ ਬਾਹਰ ਨਿਕਲ ਕੇ ਕੜੀ ਚੌਲ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ। ਹਾਂਜੀ ਵੀ ਫਿਰ ਕੀ ਕਰਨਾ ਵਾ ਬੱਚਾ ਵੀ ਤਾਂ ਦੇਖਣਾ ਪੈਣਾ ਵਾ ਬੱਚੇ ਦੀ ਫੀਸਾਂ ਸਭ ਕੁਝ ਦੇਖਣਾ ਪੈਣਾ ਆਪਣੀ ਵੀ ਦਵਾਈਆਂ ਦੇ ਖਰਚੇ ਆ ਸਭ ਕੁਝ ਉਹ ਕਿੰਨੇ ਕਰਨੇ ਆ ਉਹ ਮੈਂ ਹੀ ਕਰਨੇ ਆ ਤੇ ਮੇਰਾ ਬੱਚਾ ਵਾ ਉਹ ਕਿਸੇ ਲਈ ਤਰਸੇ ਨਾ ਇਸ ਲਈ ਮੈਨੂੰ ਥੋੜਾ ਬਹੁਤਾ ਕਰਨਾ ਪੈਂਦਾ ਵਾ ਉਹਦੇ ਲਈ। ਤੁਸੀਂ ਦੱਸਿਆ ਕਿ ਪਤੀ ਦੀ ਮੌਤ ਹੋ ਗਈ ਉਹ ਪਤੀ ਦੀ ਮੌਤ ਕਿਸ ਤਰ੍ਹਾਂ ਹੋਈ ਕੀ ਭਾਣਾ ਵਾਪਰਿਆ ਉਹਨਾਂ ਨੂੰ? ਵੀ ਉਹਨਾਂ ਨੇ ਸੁਸਾਈਡ ਕਰ ਲਈ। किस तरह मौत हुई सुसाइड क्यों किया उन्होंने की कारण बनया? भैया दुखी बड़े ही पता नहीं सानू भी नहीं दसिया कुछ उन्हें कितना चिर हो गया मौत हुई? 1.5 महीना हो गया। उस तो बाद किस तरह परिवार का गुजारा किया? भैया थोड़े बहुते पैसे हैगे सी 2-2.5 रुपये हैगा ਉਹਦੇ ਨਾਲ ਹੀ ਕੀਤਾ ਸੀ ਬਾਕੀ ਥੋੜੀ ਬਹੁਤੀ ਮੇਰੀ ਬ੍ਰਦਰ ਨੇ ਵੀ ਕੀਤੀ ਸੀ ਹੈਲਪ ਮੇਰੇ ਪੇਕਿਆਂ ਨੇ ਤੇ ਬਾਕੀ ਹੁਣ ਮੈਨੂੰ ਫਿਰ ਮੈਂ ਦੇਖਿਆ ਕਿ ਮੇਰੇ ਬੱਚੇ ਦੀ ਜ਼ਰੂਰਤਾਂ ਵਾ ਫੀਸਾਂ ਵਾ ਕਿਸੇ ਨੇ ਮਦਦ ਨਹੀਂ ਕੀਤੀ ਵੀ ਇਹ ਗੱਲਾਂ ਕਰਨ ਨੂੰ ਸਾਰੇ ਕਰਦੇ ਆ। ਇਹ ਤਸਵੀਰਾਂ ਪੰਜਾਬ ਸਰਕਾਰ ਨੂੰ ਝੰਜੋੜ ਕੇ ਰੱਖ ਦੇਣਗੀਆਂ। ਤੁਸੀਂ ਵੇਖ ਸਕਦੇ ਹੋ ਕਿ ਗਰਭਵਤੀ ਹੋਣ ਦੇ ਬਾਵਜੂਦ ਵੀ ਇਹਨੂੰ ਘਰ ਦੇ ਵਿੱਚੋਂ ਨਿਕਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਆਪਣੇ ਸੱਸ ਸਹੁਰਾ ਦਾ ਗੁਜ਼ਾਰਾ ਕਰਨ ਦੇ ਲਈ ਅੱਜ ਇੱਥੇ ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨਾ ਪੈ ਰਿਹਾ ਵਾ। ਇਹਨਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਦੱਸ ਦਿਓ ਜੀ ਤੁਸੀਂ ਕਹਿ ਰਹੇ ਵੀ ਮੈਂ ਪੜ੍ਹੀ ਲਿਖੀ ਵੀ ਹੈਗੀ ਆ ਕਿੰਨਾ ਪੜ੍ਹੇ ਹੋ? ਮੈਂ ਐਮਸੀਏ ਕੀਤੀ ਹੈ ਮੈਂ ਮੋਗੇ ਤੋਂ ਐਮਸੀਏ ਕੀਤੀ ਹੋਈ ਹੈ ਮੈਂ ਕਾਫੀ ਪੜ੍ਹੀ ਲਿਖੀ ਹਾਂ ਪਰ ਮੈਂ ਕਾਫੀ ਜਗ੍ਹਾ ਨੌਕਰੀ ਟਰਾਈ ਕੀਤੀ ਮੈਨੂੰ ਨਹੀਂ ਮਿਲੀ। ਸਰਕਾਰਾਂ ਤਾਂ ਕਹਿ ਰਹੀਆਂ ਕਿ ਘਰ ਘਰ ਨੌਕਰੀ ਦੇ ਰਹੇ ਆ। ਕੁਝ ਨਹੀਂ ਦੇ ਰਿਹਾ ਸਰਕਾਰ ਕੁਝ ਨਹੀਂ ਦੇ ਰਹੀ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਨੌਕਰੀ ਤੇ ਬੜੀ ਦੂਰ ਦੀ ਗੱਲ ਆ ਸਰ ਸਰਕਾਰ ਕੁਝ ਨਹੀਂ ਕਰਦੀ। ਘਰ ਦੇ ਵਿੱਚ ਕੌਣ ਕੌਣ ਵੈਸੇ ਤੁਹਾਡੇ? ਇਸ ਟਾਈਮ ਘਰ 'ਚ ਮੇਰਾ ਬੇਟਾ ਵਾ ਤੇ ਮੈਂ ਵਾ ਤੇ ਮੇਰੇ ਸੱਸ ਸਹੁਰਾ ਵਾ। ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਉਹ ਰੋਕਦੇ ਨਹੀਂ ਹੈਗੇ ਵੀ ਤੁਸੀਂ ਨਾ ਜਾਓ ਬਾਹਰ? ਨਹੀਂ ਸਰ ਉਹ ਕਹਿੰਦੇ ਕਿ ਚਲੋ ਤਾਂ ਦਿਲ ਲੱਗਾ ਰਹੇ ਥੋੜੀ ਬਹੁਤੀ अपने जोगा हो जाए घर बैठ के सोचती रहना इसने नहीं वो ठीक है मेरे लिए बड़े अच्छे फादर है मेरे लिए। जिस तरह ਹੁਣ ਤੁਸੀਂ ਕਹਿ ਰਹੇ ਵੀ 8ਵਾਂ ਮਹੀਨਾ ਲੱਗਾ ਵਾ ਜੇ ਵਿੱਚ ਕੁਝ ਵੀ ਹੋ ਸਕਦਾ ਤੁਹਾਨੂੰ ਤੇ ਫਿਰ ਇਸ ਵੇਲੇ ਤੁਹਾਡੇ ਨਾਲ ਮਦਦ ਕੌਣ ਕਰ ਰਿਹਾ? ਮੇਰੀ ਭਾਬੀ ਕਰ ਰਹੀ ਹੈ ਭਈਆ ਉਹ ਮੇਰੇ ਨਾਲ ਮੈਂ ਸਵੇਰੇ ਪੇਕੇ ਸੋਹਰਿਓ ਆ ਜਾਂਦੀ ਹਾਂ ਤੇ ਉਹ ਉਹਨਾਂ ਨਾਲ ਘਰ ਪੇਕੇ ਜਾ ਕੇ ਤੇ ਮੈਂ ਉਹਨਾਂ ਨਾਲ ਬਣਾਉਂਦੀ ਹਾਂ 6-7 ਵਜੇ ਆਪਾਂ ਬਣਾਉਂਦੇ 10-11 ਵਜੇ ਆਪਾਂ ਫ੍ਰੀ ਹੋ ਜਾਂਦੇ ਹਾਂ। ਉਹਨਾਂ ਦੇ ਭਾਬੀ ਜੀ ਮੇਰੇ ਨਾਲ ਹੈਗੇ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਦੱਸ ਦਿਓ ਜੀ ਇਹ ਵਿਚਾਰੀ ਇੱਥੇ ਕੰਮਕਾਰ ਕਰ ਰਹੀ ਆ ਕਿਉਂਕਿ 8ਵਾਂ ਮਹੀਨਾ ਵਾ ਤੁਹਾਨੂੰ ਵੀ ਪਤਾ ਵੀ ਇਹ ਮਹੀਨਾ ਕਾਫੀ ਕ੍ਰਿਟੀਕਲ ਹੁੰਦਾ ਵਾ ਜਿਹਦੇ ਵਿੱਚ ਕੁਝ ਵੀ ਹੋ ਸਕਦਾ ਵਾ ਲੇਕਿਨ ਕੀ ਮਜਬੂਰੀ ਬਣ ਗਈ ਵੀ ਇਹਨੂੰ ਇਹ ਕੰਮ ਕਰਨਾ ਪੈ ਰਿਹਾ? ਸਰ ਇਹਨਾਂ ਦੀ ਹਸਬੈਂਡ ਦੇ ਜਦੋਂ ਦੇ ਇਹਨਾਂ ਦੇ ਹਸਬੈਂਡ ਐਕਸਪਾਇਰ ਹੋਏ ਇਹਨਾਂ ਨੂੰ ਇਹ ਹੈ ਕਿ ਮੈਂ ਕਿਸੇ ਤੇ ਡਿਪੈਂਡ ਨਾ ਰਹਾਂ ਮੈਂ ਆਪ ਕੰਮ ਕਰਾਂ ਅਸੀਂ ਇਹਨਾਂ ਨੂੰ ਬੜਾ ਕਹਿੰਦੇ ਆ ਕਿ ਤੁਸੀਂ ਰੈਸਟ ਕਰੋ ਤੁਹਾਨੂੰ ਲੋੜ ਹੈ
ਇਹ ਕਹਿੰਦੇ ਕਿ ਮੈਂ ਤੈਨੂੰ ਇਕੱਲੀ ਨੂੰ ਇੱਥੇ ਨਹੀਂ ਭੇਜ ਸਕਦੀ, ਆਪਾਂ ਦੋਨੋਂ ਇੱਕ ਦੂਜੇ ਦਾ ਸਹਾਰਾ ਬਣਨੇ ਆ ਤੇ ਅਸੀਂ ਇੱਥੇ ਆ ਕੇ ਤੇ ਦੋਨੋਂ ਮਿਲ ਕੇ ਕੰਮ ਕਰਦੇ ਹਾਂ। ਤੇ ਕੌਣ ਸਮਾਨ ਜਿਹੜਾ ਘਰ 'ਚ ਕੌਣ ਤਿਆਰ ਕਰਦਾ, ਕਿਸ ਤਰ੍ਹਾਂ ਸਮਾਨ ਤਿਆਰ ਕਰਦੇ? ਸਰ ਅਸੀਂ ਦੋਨੋਂ ਮਿਲ ਕੇ ਤਿਆਰ ਕਰਦੇ ਆ ਸਮਾਨ, ਕਿਉਂਕਿ ਇਹਨਾਂ ਸਹੁਰੇ ਔਰ ਪੇਕੇ ਦੋਵੇਂ ਧਾਰੀਵਾਲ 'ਚ ਹੈ ਤੇ ਅਸੀਂ ਦੋਨੋਂ ਮਿਲ ਕੇ ਤਿਆਰ ਕਰਦੇ ਆ। ਕਿੰਨਾ ਕੁ ਸਮਾਨ ਤਿਆਰ ਕਰਦੇ ਤੇ ਕਿੰਨਾ ਕੁ ਸਮਾਨ ਵੇਚਦਾ, ਕਿੰਨੀ ਕੁ ਆਮਦਨ ਹੋ ਜਾਂਦੀ ਤੋਂ? ਸਰ ਆਮਦਨ ਤਾਂ ਅਸੀਂ ਜਸਟ ਹਾਲੇ ਕਹਿੰਦੇ ਕਿ ਸਾਡਾ ਕਸਟਮਰ ਬਣ ਜੇ, ਅਸੀਂ ਤੇ ਜ਼ਿਆਦਾ ਰੇਟ ਵੀ ਨਹੀਂ ਰੱਖਿਆ ਹੋਇਆ। 30 ਰੁਪਏ ਪਲੇਟ ਰੱਖਿਆ ਹੋਇਆ ਵਾ, 20 ਰੁਪਏ ਹਾਫ ਹੈ, 30 ਰੁਪਏ ਫੁੱਲ ਹੈ। ਤੇ ਅਸੀਂ ਮਸੀਂ ਇੱਥੋਂ 200-300 ਰੁਪਏ ਬਚਾ ਕੇ ਲੈ ਕੇ ਜਾਂਦੇ ਹਾਂ ਕਿ ਨਾਰਮਲ ਕਿ ਜਸ ਇਹਨਾਂ ਦਾ ਘਰ ਦਾ ਤੁਰੀ ਜਾਏ, ਹਲਕਾ ਜਿਹਾ ਕਿ ਅਸੀਂ ਕਹੀਏ ਕਿ ਇਸ ਖਰਚੇ ਇਹ ਤੋਂ ਇਹਨਾਂ ਦੇ ਘਰ ਦੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ, ਪਰ ਐਵੇਂ ਦਾ ਹਲੇ ਕੁਛ ਨਹੀਂ ਹੈ। ਘਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਇਸ ਵਕਤ ਘਰ ਦੇ ਹਾਲਾਤ ਕੀ ਨੇ? ਸਰ ਇਸ ਵਕਤ ਘਰ ਦੇ ਹਾਲਾਤ ਕਿਵੇਂ ਦੇ ਹੋ ਸਕਦੇ ਆ? ਜਦ ਉਹ ਪ੍ਰੈਗਨੈਂਟ ਆ, ਉਹਦੇ ਘਰ ਕੋਈ ਇਨਕਮਿੰਗ ਸੋਰਸ ਨਹੀਂ ਆ, ਉਹ ਸੜਕਾਂ 'ਤੇ ਧੱਕੇ ਖਾ ਰਹੀ ਹੈ, ਨਾ ਉਹਦੇ ਕੋਲ ਬੈਠਣ ਲਈ ਛੱਤ ਹੈ, ਧੁੱਪੇ ਬੈਠ ਕੇ ਅਸੀਂ ਕੰਮ ਕਰ ਰਹੇ ਹਾਂ, ਤਾਂ ਕਿਵੇਂ ਦਾ ਹਾਲਾਤ ਹੋਣਗੇ ਤੁਸੀਂ ਆਪ ਸੋਚ ਸਕਦੇ ਹੋ। ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਘਰ ਘਰ ਨੌਕਰੀ ਦੇ ਰਹੇ ਆ ਜਾਂ ਕੁੜੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਕਈ ਕੁਝ ਕਰ ਰਹੇ ਆ, ਲੱਗਦਾ ਕੋਈ ਹੋਇਆ ਕੁਝ ਵੀ ਨਹੀਂ? ਨਹੀਂ ਭਈਆ ਐਵੇਂ ਕੁਛ ਨਹੀਂ ਹੁੰਦਾ, ਇੱਥੇ ਹੀ ਬੈਠੇ ਆ, ਸਾਨੂੰ ਕੋਈ ਸੰਸਥਾਵਾਂ ਵਾਲੇ ਵੀ ਆਉਂਦੇ ਆ, ਪੁੱਛਦੇ ਆ ਕਿ ਹਾਂਜੀ ਕੀ ਰੀਜ਼ਨ ਆ ਕਿ ਤੁਸੀਂ ਕੁੜੀਆਂ ਹੋ ਕੇ ਇੰਨੀ ਧੁੱਪ 'ਚ ਤੁਸੀਂ ਲੱਗੀਆਂ ਹੋਈਆਂ ਉਹ ਕੰਮ, ਪਰ ਅੱਜ ਤੱਕ ਅੱਗੇ ਉੱਠ ਕੇ ਕੋਈ ਨਹੀਂ ਆਇਆ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤੇ ਅਸੀਂ ਤੁਹਾਡੀ ਜ਼ਰੂਰਤ ਪੂਰੀ ਕਰੀਏ। ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕੰਮ ਕਰਦੇ ਪਏ ਹੋ, ਕਿਉਂ ਕੰਮ ਕਰਦੇ ਪਏ ਹੋ ਜਾਂ ਕੀ ਮਜਬੂਰੀ ਹੈ? ਕੋਈ ਕੁਛ ਨਹੀਂ ਕਰਦਾ, ਸਿਰਫ ਆ ਕਿ ਲੋਕੀ ਆਉਂਦੇ ਪੁੱਛ ਕੇ ਜਾਂਦੇ ਆ ਰੀਜ਼ਨ ਕੀ ਆ, ਪਰ ਆ ਕਿ ਅੱਜ ਤੱਕ ਕੋਈ ਅੱਗੇ ਨਹੀਂ ਆਇਆ। ਇੱਕ ਵਾਰ ਫਿਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੱਸ ਦਿਓ ਜੀ ਕੀ ਕਹਿਣਾ ਚਾਹੋਗੇ ਉਹਨਾਂ ਸਰਕਾਰਾਂ ਨੂੰ ਜਾਂ ਹੋਰ ਜਿਹੜੇ ਸਮਾਜਿਕ ਸੰਸਥਾਵਾਂ ਹੈਗੀਆਂ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਸਰ ਕੀ ਕਹਿਣਾ ਚਾਹੁੰਦੀ, ਬਸ ਇਹੀ ਕਹਿਣਾ ਚਾਹੁੰਦੀ ਕਿ ਥੋੜ੍ਹੀ ਬਹੁਤੀ ਜਿੰਨੀ ਕਿ ਮੇਰੀ ਮਦਦ ਹੋ ਸਕੇ ਕਰੋ, ਕਿਉਂਕਿ ਮੇਰਾ ਬੱਚਾ ਵਾ ਅੱਗੇ ਵੀ ਚਲੋ ਮੈਂ ਮੇਰੀ ਡਿਲੀਵਰੀ ਹੋਣੀ ਮੈਂ ਘਰ ਬੈਠ ਜਾਣਾ, ਪਰ ਮੇਰੀ ਥੋੜ੍ਹੀ ਬਹੁਤੀ ਸਰਕਾਰ ਵੱਲੋਂ ਅਪੀਲ ਆ ਕਿ ਮੇਰੇ ਲਈ ਕੁਝ ਸੋਚੇ ਤਾਂ ਕਿ ਮੈਂ ਆਪਣੇ ਬੱਚਿਆਂ ਦਾ ਸੋਚਾਂ। ਜੇ ਗੱਲ ਕੀਤੀ ਜਾਵੇ ਇਹ ਗੱਡੀ ਦੀ ਗੱਲ ਕੀਤੀ ਜਾਵੇ ਤਾਂ ਕੌਣ ਤੁਹਾਨੂੰ ਇੱਥੇ ਛੱਡ ਕੇ ਜਾਂਦਾ ਵਾ ਤੇ ਫਿਰ ਕਿਸ ਤਰ੍ਹਾਂ ਸਾਰਾ ਦਿਹਾੜੀ ਕਿੰਨੇ ਵਜੇ ਤੱਕ ਵਾਪਸ ਘਰ ਜਾਂਦੇ ਹੋ? ਵੀ ਇਹ ਮੇਰੇ ਬ੍ਰਦਰ ਦੀ ਗੱਡੀ ਆ ਤੇ ਉਹ ਛੱਡ ਕੇ ਜਾਂਦਾ ਵਾ ਸਵੇਰੇ, ਕਈ ਵਾਰ ਉਹ ਨਹੀਂ ਫ੍ਰੀ ਹੁੰਦਾ, ਡਰਾਈਵਰ ਵੀ ਕਰਨਾ ਪੈਂਦਾ, 200-300 ਰੁਪਏ ਉਹਨੂੰ ਵੀ ਦੇਣਾ ਪੈਂਦਾ, ਸਾਨੂੰ ਮਜਬੂਰੀ ਹੈ ਸਾਡੀ, ਲੇਕਿਨ ਫਿਰ ਵੀ ਚਲੋ ਅਸੀਂ ਕਹਿੰਦੇ ਆ ਕਿ ਚਲੋ ਇੱਕ ਦਿਨ ਨਾ ਕਮਾਇਆ ਡਰਾਈਵਰ ਨੂੰ ਦੇਤਾ ਤੇ ਅਸੀਂ ਤਕਰੀਬਨ 4:30-5 ਵਜੇ ਫ੍ਰੀ ਹੋ ਜਾਂਦੇ ਆ, 11 ਵਜੇ ਆਉਂਦੇ ਆ ਤੇ 4:30-5 ਵਜੇ ਫ੍ਰੀ ਹੋ ਕੇ ਚਲੇ ਜਾਂਦੇ ਆ। ਕਈ ਵਾਰ ਵਿਕ ਜਾਂਦਾ, ਕਈ ਵਾਰ ਰਹਿ ਜਾਂਦਾ। ਫਿਰ ਗੱਲ ਉਹ ਸਰਕਾਰਾਂ ਦੀ ਮੈਂ ਕਰਾਂਗਾ ਵੀ ਤੁਸੀਂ ਸਰਕਾਰਾਂ ਤੱਕ ਜਾਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਦੱਸਿਆ ਵੀ ਪਤੀ ਦੀ ਮੌਤ ਵੀ ਹੋ ਗਈ, ਉਸਨੇ ਸੁਸਾਈਡ ਵੀ ਕਰ ਲਿਆ, ਉਹ ਕੋਈ ਸੱਚ ਸਾਹਮਣੇ ਆ ਪਿਆ ਵੀ ਕਦੋਂ ਕਿਸ ਤਰ੍ਹਾਂ ਮੌਤ ਹੋਈ ਉਹਨਾਂ ਦੀ? ਨਹੀਂ ਸਰ ਹਜੇ ਕੋਈ ਪੁੱਛ-ਗਿੱਛ ਨਹੀਂ ਹੋਈ, ਬਸ ਕਹਿੰਦੇ ਆ ਕਾਰਵਾਈ ਕਰਨੀ ਆ, ਪਰ ਕੋਈ ਜਵਾਬ ਨਹੀਂ ਜੀ ਆਉਂਦਾ। ਕਿੰਨੀ ਵਾਰ ਬੁਲਾ ਲੈਂਦੇ ਆ, ਪਠਾਨਕੋਟ ਹੋਈ ਸੀ ਡੈਥ, ਬੁਲਾ ਲੈਂਦੇ ਆ ਲੇਕਿਨ ਬਾਹਰ ਬੈਠੇ ਰਹਿੰਦੇ ਆ ਤੇ ਬਸ ਇਹੀ ਕਹਿੰਦੇ ਆ ਉਹ ਪਾਰਟੀ ਨੇ ਇਹ ਕਿਹਾ ਹੈ ਪਾਰਟੀ, ਪਰ ਕੋਈ ਗੱਲ ਨਹੀਂ ਜੇ ਕਰਦੇ। ਤੇ ਮੇਰੇ ਲਈ ਵੀ ਇਹ ਬੱਸਾਂ 'ਚ ਜਾਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਨੂੰ 8 ਮੰਥ ਲੱਗਾ ਵਾ, ਮੈਂ ਨਹੀਂ ਜਾ ਸਕਦੀ ਇਸ ਟਾਈਮ, ਪਰ ਮੇਰੀ ਹਜੇ ਤੱਕ ਨਾ ਮੇਰੇ ਹਸਬੈਂਡ ਦੀ ਕੋਈ ਪੁੱਛ-ਗਿੱਛ ਹੋਈ ਹੈ ਨਾ ਮੇਰੀ ਹੋਈ ਹੈ। ਜਿਸ ਤਰ੍ਹਾਂ ਤੁਹਾਡੀ ਭਾਬੀ ਨੇ ਕਿਹਾ ਵੀ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਵੀ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਬਾਹਰ ਨਾ ਜਾਓ, ਨਾ ਨਿਕਲੋ, ਤੇ ਫਿਰ ਵੀ ਤੁਸੀਂ ਬਾਹਰ ਨਿਕਲ ਰਹੇ ਹੋ, ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜਿਹੜਾ ਆਉਣ ਵਾਲਾ ਬੱਚਾ ਵਾ ਇਹਦੇ ਵਾਸਤੇ ਵੀ ਮੁਸੀਬਤ ਖੜੀ ਹੋ ਸਕਦੀ ਹੈ? ਵੀ ਉਹ ਤਾਂ ਆਉਣ ਵਾਲਾ ਵਾ, ਤੇ ਜਿਹੜਾ ਆਇਆ ਹੋਇਆ ਵਾ ਉਹਨੂੰ ਤਾਂ ਢਿੱਡ ਲੱਗਾ ਵਾ ਨਾ, ਉਹਨੇ ਤਾਂ ਖਾਣੀ ਹੈ ਰੋਟੀ, ਉਹਦੇ ਪਿੱਛੇ ਮੈਨੂੰ ਨਿਕਲਣਾ ਪੈਂਦਾ ਵਾ ਭਈਆ। ਇਹਨੇ ਤਾਂ ਆਉਣਾ ਵਾ, ਉਹਨੇ ਤੇ ਉਹ ਤਾਂ ਦੁਨੀਆ ਦੇਖ ਰਿਹਾ ਵਾ, ਤੇ ਉਹਦੇ ਲਈ ਤਾਂ ਪਹਿਲਾਂ ਵਾ ਮੇਰੇ ਲਈ। ਇਹ ਤਸਵੀਰਾਂ ਨੇ ਗੁਰਦਾਸਪੁਰ ਦੀਆਂ ਜੋ ਕਿ ਤੁਹਾਨੂੰ ਝੰਜੋੜ ਕੇ ਰੱਖ ਦੇਣਗੀਆਂ, ਜਿੱਥੇ ਇੱਕ ਗਰਭਵਤੀ ਮਹਿਲਾ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਦਰ ਦੀਆਂ ਠੋਕਰਾਂ ਖਾ ਰਹੀ ਆ, ਸੜਕਾਂ ਦੇ ਉੱਪਰ ਸਬਜ਼ੀ ਵੇਚ ਰਹੀ ਆ ਜਾਂ ਫਿਰ ਕੜੀ ਚੌਲ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਆ। ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਵਾ, ਜੋ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜੀ ਇਹਨਾਂ ਦੀ ਜ਼ਿੰਦਗੀ ਆ ਉਹ ਵੀ ਸੁਖਾਲੀ ਹੋ ਸਕੇ। ਕੈਮਰਾ ਪਰਸਨ ਸਤਵਿੰਦਰ ਸਿੰਘ ਦੇ ਨਾਲ ਅਵਤਾਰ ਸਿੰਘ, ਰੋਜ਼ਾਨਾ ਸਪੋਕਸਮੈਨ, ਗੁਰਦਾਸਪੁਰ।